ABC ਪੰਜਾਬ ਦੇ ਖਾਸ ਬੁਲੇਟਿਨ ਦੇਸ਼ ਦਾ ਖਬਰਨਾਮਾ ਵਿੱਚ ਤੁਹਾਡਾ ਸਵਾਗਤ ਹੈ। ਪਹਿਲਾਂ ਅੱਜ ਦੀਆਂ ਖਾਸ ਖਬਰਾਂ। ਇੰਡੀਆ ਗੱਠਜੋੜ ਦੇ ਤਾਲਮੇਲ ਕਮੇਟੀ ਦੀ ਮੀਟਿੰਗ ਸ਼ੁਰੂ। ਤੇਜਸਵੀ ਯਾਦਵ, ਮਹਿਬੂਬਾ ਮੁਫਤੀ ਅਤੇ ਰਾਘਵ ਚੱਡਾ ਮੌਜੂਦ। ਸੀਟਾਂ ਦੀ ਵੰਡ ਨੂੰ ਲੈ ਕੇ ਹੋ ਸਕਦੀ ਹੈ ਚਰਚਾ। ਭਾਰਤ ਨੂੰ ਪਹਿਲਾ C-295 ਟਰਾਂਸਪੋਰਟ ਪਲੇਨ ਮਿਲਿਆ। ਕੇਰਲਾ 'ਚ ਨਿਪਾਹ ਵਾਇਰਸ ਨੂੰ ਲੈ ਕੇ 4 ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ। ਸਾਬਕਾ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਦੀ ਹਿਰਾਸਤ ਤੇ 18 ਸਤੰਬਰ ਤੱਕ ਰੋਕ। ਕਸ਼ਮੀਰ 'ਚ 2 ਇਨਕਾਊਂਟਰ, 2 ਦਹਿਸ਼ਤਗਰਦ ਢੇਰ ਤੇ 2 ਜਵਾਨ ਸ਼ਹੀਦ। ਦੇਸ਼ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦਿੱਲੀ ਪੁਲਿਸ ਦੇ ਜਵਾਨਾਂ ਦੇ ਨਾਲ ਰਾਤ ਦਾ ਖਾਣਾ ਕਰ ਸਕਦੇ ਨੇ ਸਾਂਝਾ। ਸੰਸਦ ਦੇ ਵਿਸ਼ੇਸ਼ ਅਜਲਾਸ ਤੋਂ ਪਹਿਲਾਂ ਸਰਕਾਰ 17 ਸਤੰਬਰ ਨੂੰ ਬੁਲਾ ਸਕਦੀ ਹੈ ਆਲ ਪਾਰਟੀ ਮੀਟਿੰਗ। ਅਤੇ ਦੁਬਈ ਦੇ ਵਿੱਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਦੀ ਸ਼੍ਰੀਲੰਕਾ ਰਾਸ਼ਟਰਪਤੀ ਦੇ ਨਾਲ ਹੋਈ ਮੁਲਾਕਾਤ। ਹੁਣ ਖਬਰਾਂ ਵਿਸਤਾਰ ਨਾਲ। ਨਵੀਂ ਦਿੱਲੀ ਵਿਖੇ ਇੰਡੀਆ ਗੱਠਜੋੜ ਦੀ ਤਾਲਮੇਲ ਦੀ ਕਮੇਟੀ ਦੀ ਮੀਟਿੰਗ ਅੱਜ ਹੋਈ ਆ। ਮੀਟਿੰਗ ਦੇ ਵਿੱਚ ਚਰਚਾ ਕਿ ਸੀਟਾਂ ਦੀ ਵੰਡ ਤੇ ਵੀ ਕਾਫੀ ਲੰਮੀ ਡਿਸਕਸ਼ਨ ਹੋਈ ਆ। ਇਹ ਮੀਟਿੰਗ NCP ਸੁਪਰੀਮੋ ਸ਼ਰਦ ਪਵਾਰ ਦੇ ਘਰ ਹੋਈ, ਜਿਸ ਵਿੱਚ ਬਿਹਾਰ ਦੇ ਡਿਪਟੀ CM ਤੇਜਸਵੀ ਯਾਦਵ, ਕਾਂਗਰਸ ਨੇਤਾ KC ਵੇਣੂਗੋਪਾਲ, ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਡਾ ਸਮੇਤ ਕਮੇਟੀ ਦੇ 13 ਮੈਂਬਰ ਪਹੁੰਚੇ। ਕਮੇਟੀ ਦੇ ਮੈਂਬਰ ਅਤੇ ਸ਼ਿਵ ਸੈਨਾ UPD ਦੇ ਨੇਤਾ ਸੰਜੇ ਰਾਉਤ ਨੇ ਕਿਹਾ ਕਿ ਅਸੀਂ ਸਾਰੇ ਇਕੱਠੇ ਆ ਮੀਟਿੰਗ ਦੇ ਵਿੱਚ, ਔਰ ਮੁੰਬਈ ਵਿੱਚ ਜਿਹੜੀ ਮੀਟਿੰਗ ਹੋਈ ਸੋ ਜਿਹਦੇ ਤੈਅ ਕੀਤਾ ਗਿਆ ਸੀ ਕਿ ਏਜੰਡੇ 'ਤੇ ਚਰਚਾ ਹੋਏਗੀ। ਔਰ TMC ਨੇਤਾ ਅਭਿਸ਼ੇਕ ਬੈਨਰਜੀ ਇਸ ਕਮੇਟੀ ਦੇ ਮੈਂਬਰ ਆ, ਲੇਕਿਨ ਉਹ ਬੈਠਕ ਦੇ ਵਿੱਚ ਸ਼ਾਮਲ ਨਹੀਂ ਹੋਏ ਕਿਉਂਕਿ ਉਹ ED ਅਤੇ ਜਿਹੜੀ ਆ ਉਹਦੀ ਅੱਜ ਕੱਲ੍ਹ ਪੇਸ਼ੀ ਕਰ ਰਹੀ ਆ। ਇਹ ਵੀ ਜਾਣਕਾਰੀ ਮਿਲੀ ਕਿ ਅੱਜ ਦੀ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਸੀਟ ਸ਼ੇਅਰਿੰਗ ਨੂੰ ਲੈ ਕੇ ਚਰਚਾ ਹੋਈ ਆ। ਦੂਜੇ ਪਾਸੇ ਸੰਸਦ ਦੇ ਬੁਲਾਏ ਗਏ ਵਿਸ਼ੇਸ਼ ਅਜਲਾਸ ਨੂੰ ਲੈ ਕੇ ਇੰਡੀਆ ਗੱਠਜੋੜ ਦੀ ਰਣਨੀਤੀ ਵੀ ਅਹਿਮ ਹਿੱਸਾ ਮੰਨੀ ਜਾ ਰਹੀ ਆ। ਮੀਟਿੰਗ ਦੇ ਵਿੱਚ ਸਾਂਝੇ ਤੌਰ 'ਤੇ ਰੈਲੀਆਂ, ਸਾਂਝੇ ਤੌਰ 'ਤੇ ਪ੍ਰਚਾਰ ਅਤੇ ਸੋਸ਼ਲ ਮੀਡੀਆ 'ਤੇ ਕਿਹੋ ਜਿਹੀ ਰਣਨੀਤੀ ਅਪਣਾਉਣੀ ਆ ਉਸ 'ਤੇ ਵੀ ਚਰਚਾ ਕੀਤੀ ਗਈ ਹੈ। ਇਹ ਵੀ ਪਤਾ ਲੱਗਾ ਕਿ ਚੋਣਾਂ ਦੇ ਪ੍ਰਚਾਰ ਦਾ ਜਿਹੜਾ ਰੋਡ ਮੈਪ ਬਣਾਉਣ ਲਈ ਸੂਬਿਆਂ ਨੂੰ 4 ਕੈਟਾਗਰੀ ਵਿੱਚ ਵੰਡਿਆ ਗਿਆ। ਪਹਿਲੀ ਅਤੇ ਸਭ ਤੋਂ ਅਹਿਮ ਕੈਟਾਗਰੀ ਦੇ ਵਿੱਚ ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਮਹਾਰਾਸ਼ਟਰ ਅਤੇ ਕਰਨਾਟਕ ਨੂੰ ਸ਼ਾਮਲ ਕੀਤਾ ਗਿਆ। ਇੰਡੀਆ ਗੱਠਜੋੜ ਦੀ ਕੋਆਰਡੀਨੇਸ਼ਨ ਕਮੇਟੀ ਵਿੱਚ 14 ਮੈਂਬਰ ਨੇ, ਇੱਕ ਨੂੰ ਛੱਡ ਕੇ ਬਾਕੀ 13 ਹਾਜ਼ਰ ਹੋਏ ਨੇ। ਇਹਨਾਂ 5 ਸੂਬਿਆਂ 'ਚ ਜਿਹੜੇ 5 ਸੂਬੇ ਨੇ ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਮਹਾਰਾਸ਼ਟਰ ਅਤੇ ਕਰਨਾਟਕਾ, ਇਹਨਾਂ 5 ਸੂਬਿਆਂ ਦੇ ਵਿੱਚ ਕੁੱਲ 212 ਲੋਕ ਸਭਾ ਸੀਟਾਂ ਨੇ, ਜਿਨ੍ਹਾਂ ਵਿੱਚੋਂ ਇਸ ਸਮੇਂ 180 ਸੀਟਾਂ ਭਾਰਤੀ ਜਨਤਾ ਪਾਰਟੀ ਕੋਲ ਆ। ਜਿਹੜੇ ਪਹਿਲਾ ਕੈਟੇਗਰੀ ਦੇ 5 ਸਟੇਟ ਨੇ ਉਹਦੇ 'ਚ ਗੱਠਜੋੜ ਇੱਕ ਵੱਡੀ ਤਾਕਤ ਦੇ ਨਾਲ ਅਤੇ ਇੱਕ ਸਾਂਝੀ ਰਣਨੀਤੀ ਦੇ ਨਾਲ ਮੈਦਾਨ ਵਿੱਚ ਉਤਰ 'ਤੇ ਫੋਕਸ ਕਰ ਰਿਹਾ। ਇਹਨਾਂ ਦੇ ਵਿੱਚ ਕੁੱਲ 5 ਸੂਬਿਆਂ ਵਿੱਚ 212 ਲੋਕ ਸਭਾ ਦੀਆਂ ਸੀਟਾਂ ਨੇ, ਜਿਨ੍ਹਾਂ ਵਿੱਚ 180 BJP ਕੋਲ ਹੈ। 2019 ਤੋਂ ਬਾਅਦ ਇਹਨਾਂ ਸੂਬਿਆਂ ਵਿੱਚ ਸਿਆਸੀ ਜਿਹੜੀ ਸਥਿਤੀ ਆ ਉਹ ਬਦਲੀ ਹੋਈ ਆ। UP ਵਿੱਚ ਜਿਹੜੀ ਸਮਾਜਵਾਦੀ ਪਾਰਟੀ ਆ 2017 ਦੇ ਵਿਧਾਨ ਸਭਾ ਚੋਣਾਂ ਤੋਂ ਬਾਅਦ ਸਿਰਫ 47 ਸੀਟਾਂ 'ਤੇ ਹੀ ਆ ਕੇ ਟਿਕ ਗਈ ਆ ਅਤੇ 2022 ਦੇ ਵਿੱਚ ਉਹਨਾਂ ਕੋਲ ਮਹਿਜ ਜਿਹੜੀਆਂ ਸੀਟਾਂ ਸੀ ਬਾਅਦ 'ਚ 111 ਹੋ ਗਿਆ ਸੀ। ਇਸੇ ਤਰ੍ਹਾਂ ਬਿਹਾਰ ਵਿੱਚ JDU ਨੇ ਭਾਜਪਾ ਤੋਂ ਕਿਨਾਰਾ ਕਰਕੇ RJD ਦੇ ਨਾਲ ਸਰਕਾਰ ਬਾਅਦ 'ਚ ਬਣਾ ਲਈ ਸੀ। ਝਾਰਖੰਡ ਵਿੱਚ ਵਿਰੋਧੀ ਸਰਕਾਰ ਹੈ। ਮਹਾਰਾਸ਼ਟਰ ਵਿੱਚ ਸਰਕਾਰ NDA ਦੀ ਆ। ਫਿਰ ਵੀ ਸ਼ਰਦ ਪਵਾਰ ਅਤੇ ਉਦੈ ਠਾਕਰੇ ਦੀ ਜਿਹੜੀ ਜੋੜੀ ਆ ਉਹ ਕਾਂਗਰਸ ਦੇ ਨਾਲ ਮਜ਼ਬੂਤੀ ਨਾਲ ਖੜੀ ਆ। ਦੂਜੇ ਪਾਸੇ ਕਰਨਾਟਕਾ ਵਿੱਚ ਕਾਂਗਰਸ ਦੀ ਵੱਡੀ ਜਿੱਤ ਨਾਲ ਲੋਕ ਸਭਾ ਜਿਹੜਾ ਚੋਣਾਂ ਦੇ ਵਿੱਚ ਕਾਂਗਰਸ ਨੂੰ ਕਾਫੀ ਉਮੀਦ ਆ। ਜਿਹੜੀ ਚੌਥੀ ਕੈਟਾਗਰੀ ਬਣਾਈ ਗਈ ਉਹਦੇ 'ਚ ਜਿਹੜੇ ਸੂਬੇ ਕਿਹੜੇ ਉਹਦੇ 'ਚ ਰਾਜਸਥਾਨ ਆ, ਮੱਧ ਪ੍ਰਦੇਸ਼ ਆ, ਗੁਜਰਾਤ ਆ, ਹਿਮਾਚਲ ਆ, ਉੱਤਰਾਖੰਡ ਅਤੇ ਛੱਤੀਸਗੜ੍ਹ ਆ। ਇੱਥੇ ਜਿਹੜੀ ਲੜਾਈ ਆ ਉਹ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਵਿਚਕਾਰ, ਇਸ ਲਈ ਜਿਹੜੀ ਰਣਨੀਤੀ ਆ ਉਹ ਰਾਸ਼ਟਰੀ ਮੁੱਦਿਆਂ 'ਤੇ ਸੂਬੇ ਦੀਆਂ ਦਰਪੇਸ਼ ਮੁਸ਼ਕਲਾਂ ਨੂੰ ਲੈ ਕੇ ਕੀਤੀ ਜਾ ਸਕਦੀ ਆ। ਤੀਜੀ ਜਿਹੜੀ ਕੈਟਾਗਰੀ ਦੇ ਵਿੱਚ ਉੜੀਸਾ, ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਵਾ, ਜਿੱਥੇ ਉਹਨਾਂ ਦਲਾਂ ਦੀ ਸਰਕਾਰ ਆ ਜਾਂ NDA ਜਾਂ ਫਿਰ ਇੰਡੀਆ ਗੱਠਜੋੜ ਕਿਸੇ ਦੀ ਵੀ ਨਹੀਂ ਆ। ਇੱਥੇ ਰਣਨੀਤੀ ਅਲੱਗ ਹੋ ਸਕਦੀ ਆ। ਚੌਥੀ ਕੈਟਾਗਰੀ ਦੇ ਵਿੱਚ ਉਹ ਸੂਬੇ ਨੇ ਜਿੱਥੇ ਵਿਰੋਧੀ ਜਿਹੜੇ ਗੱਠਜੋੜ ਦੇ ਦਲਾਂ ਦੇ ਮੁਕਾਬਲੇ ਜਿਹੜੀ ਸਥਿਤੀ ਉਹ ਹੋਰ ਆ, ਜਿਵੇਂ ਪੰਜਾਬ ਆ, ਦਿੱਲੀ ਆ, ਪੱਛਮੀ ਬੰਗਾਲ ਆ, ਕੇਰਲਾ ਅਤੇ ਗੋਆ। ਇਹਨਾਂ ਰਾਜਾਂ ਵਿੱਚ ਜਿਹੜੀ ਸੀਟ ਸ਼ੇਅਰਿੰਗ ਨੂੰ ਲੈ ਕੇ ਫਾਰਮੂਲੇ 'ਤੇ ਫੋਕਸ ਹੋ ਸਕਦਾ, ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਦੀ ਆ, ਲੇਕਿਨ ਇੱਥੇ ਵਿਰੋਧੀ ਧਿਰ ਜਿਹੜੀ ਪਾਰਟੀ ਆ ਮੁੱਖ ਤੌਰ 'ਤੇ ਉਹ ਕਾਂਗਰਸ ਪਾਰਟੀ ਆ।
ਦਿੱਲੀ ਦੇ ਵਿੱਚ ਸਥਿਤੀ ਆ, ਪੱਛਮੀ ਬੰਗਾਲ ਦੇ ਵਿੱਚ ਜਿਹੜੀ ਸਥਿਤੀ ਆ ਉੱਥੇ ਲੈਫਟ ਵੀ ਵਿਰੋਧੀ ਧਿਰ ਆ ਤੇ ਕਾਂਗਰਸ ਵੀ ਇਸੇ ਤਰ੍ਹਾਂ। ਕੇਰਲਾ ਦੇ ਵਿੱਚ ਵੀ ਇਹੋ ਹੀ ਹਾਲਾਤ ਨੇ। ਇੰਡੀਆ ਗੱਠਜੋੜ ਦੀ ਤੀਸਰੀ ਜਿਹੜੀ ਮੀਟਿੰਗ ਸੀ ਉਹਦੇ 'ਚ 5 ਕਮੇਟੀਆਂ ਬਣਾਈਆਂ ਗਈਆਂ ਸੀ। ਮੁੰਬਈ ਵਿੱਚ 31 ਅਗਸਤ ਅਤੇ 1 ਸਤੰਬਰ ਨੂੰ ਵਿਰੋਧੀ ਗੱਠਜੋੜ ਦੀ ਤੀਸਰੀ ਬੈਠਕ ਹੋਈ ਸੀ। ਇਸ ਵਿੱਚ ਕਾਂਗਰਸ ਪਾਰਟੀ ਦੀ ਜਿਹੜੇ ਪ੍ਰਧਾਨ ਨੇ ਮੱਲਿਕਾਰਜੁਨ ਖੜਗੇ ਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਸਮੇਤ 28 ਵਿਰੋਧੀ ਦਲਾਂ ਦੇ ਜਿਹੜੇ ਨੇਤਾ ਉਹ ਸ਼ਾਮਲ ਹੋਏ ਸੀ। ਯੂਰਪੀਅਨ ਕੰਪਨੀ 에ਅਰਬੇਸ ਡਿਫੈਂਸ ਐਂਡ ਸਪੇਸ ਨੇ ਬੁੱਧਵਾਰ ਨੂੰ ਭਾਰਤ ਦਾ ਪਹਿਲਾ C-295 ਟੈਕਨੀਕਲ ਮਿਲਟਰੀ 에ਅਰ ਲਿਫਟ ਪਲਾਨ ਸੌਂਪ ਦਿੱਤਾ। 에ਅਰ ਚੀਫ ਮਾਰਸ਼ਲ VR ਚੌਧਰੀ ਨੇ ਸਪੇਨ ਦੇ ਸੈਵਲੇ ਸ਼ਹਿਰ ਵਿੱਚ ਇਸ ਪਲੇਨ ਨੂੰ ਰਿਸੀਵ ਕੀਤਾ। ਇਸ ਟਰਾਂਸਪੋਰਟ 에ਅਰਕ੍ਰਾਫਟ ਨੂੰ ਜਲਦੀ ਭਾਰਤ ਲਿਆਇਆ ਜਾਏਗਾ। 에ਅਰ ਚੀਫ ਇੱਕ ਦਿਨ ਪਹਿਲਾਂ ਹੀ ਪਲੇਨ ਲਈ ਸਪੇਨ ਪਹੁੰਚ ਗਏ ਕਿ ਮੀਡੀਆ ਰਿਪੋਰਟ ਮੁਤਾਬਕ C-295 ਨੂੰ ਸਪੇਨ ਦੇ ਸੈਵਲੇ ਪਲਾਂਟ ਵਿੱਚ ਬਣਾਇਆ ਜਾ ਰਿਹਾ। ਭਾਰਤੀ ਵਾਯੂ ਸੈਨਾ ਵਿੱਚ ਇਸ ਦਾ ਫਾਈਨਲ ਇੰਡਕਸ਼ਨ ਇਸੇ ਮਹੀਨੇ ਹਿਡਨ 에ਅਰ ਬੇਸ ਤੇ ਹੋਵੇਗਾ। ਦੂਸਰਾ 에ਅਰਕ੍ਰਾਫਟ ਮਈ 2024 ਤੱਕ ਭਾਰਤ ਆਏਗਾ। ਰਿਪੋਰਟਾਂ ਮੁਤਾਬਕ ਪਹਿਲਾਂ C-295 ਟਰਾਂਸਪੋਰਟ 에ਅਰਕ੍ਰਾਫਟ ਦੀ ਤੈਨਾਤੀ ਆਗਰਾ 에ਅਰ ਬੇਸ ਵਿੱਚ ਹੋਵੇਗੀ, ਜਿੱਥੇ ਇਹਦੇ ਜਿਹੜੇ ਪਾਇਲਟ ਦਾ ਟ੍ਰੇਨਿੰਗ ਸੈਂਟਰ ਵੀ ਅਗਲੇ ਸਾਲ ਤੱਕ ਤਿਆਰ ਹੋ ਜਾਏਗਾ। ਸਤੰਬਰ 2021 ਵਿੱਚ ਭਾਰਤ ਨੇ AD ਸਪੇਸ ਦੇ ਨਾਲ C-295 ਟਰਾਂਸਪੋਰਟ 에ਅਰਕ੍ਰਾਫਟ ਲਈ 21,000 ਕਰੋੜ ਰੁਪਏ ਦੀ ਡੀਲ ਕੀਤੀ ਸੀ। ਇਸ ਵਿੱਚ 56 ਜਿਹੜੇ ਪਲੇਨ ਆ ਉਹਦੀ ਮੰਗ ਕੀਤੀ ਗਈ ਸੀ। ਇਹਨਾਂ ਵਿੱਚ 16 ਪਲੇਨ ਰੈਡੀ ਟੂ ਫਲਾਈ ਕੰਡੀਸ਼ਨ ਵਿੱਚ ਸਪੇਨ ਦੇ ਵਿੱਚ ਆ ਗਏ ਨੇ। ਬਾਕੀ 40 ਜਿਹੜੇ ਪਲੇਨ ਨੇ ਗੁਜਰਾਤ ਦੇ ਵਡੋਦਰਾ ਦੇ ਵਿੱਚ ਟਾਟਾ ਐਡਵਾਂਸ ਸਿਸਟਮ ਕੰਪਨੀ ਬਣਾਏਗੀ। ਟਾਟਾ ਐਡਵਾਂਸ ਸਿਸਟਮ ਲਿਮਟਿਡ ਗੁਜਰਾਤ ਦੇ ਵਡੋਦਰਾ ਦੇ ਵਿੱਚ 2024 ਦੇ ਮਿਡ ਤੱਕ C-295 ਜਿਹੜੇ ਜਹਾਜ਼ ਉਹ ਬਣਾਉਣਾ ਸ਼ੁਰੂ ਕਰੇਗੀ। ਫਿਲਹਾਲ ਇਸ ਦੀ ਫਾਈਨਲ ਅਸੈਂਬਲੀ ਜਿਹੜੀ ਆ ਲਾਈਨ ਦਾ ਕੰਮ ਚੱਲ ਰਿਹਾ। ਪਹਿਲਾ ਸਵਦੇਸ਼ੀ 295 ਵਿਮਾਨ ਜਹਾਜ਼ ਜਿਹੜਾ 2026 ਵਿੱਚ ਬਣ ਕੇ ਤਿਆਰ ਹੋਏਗਾ। ਫਾਈਨਲ ਅਸੈਂਬਲਿੰਗ ਲਈ 에ਅਰਬੇਸ ਅਤੇ ਟਾਟਾ ਦੇ ਹੈਦਰਾਬਾਦ ਤੇ ਨਾਗਪੁਰ ਪਲਾਂਟ ਵਿੱਚ 14,000 ਤੋਂ ਜ਼ਿਆਦਾ ਜਿਹੜਾ ਸਵਦੇਸ਼ੀ ਜਿਹੜੇ ਪਾਰਟ ਨੇ ਉਹ ਤਿਆਰ ਕਰਕੇ ਵਡੋਦਰਾ ਭੇਜੇ ਜਾਣਗੇ। ਕੰਪਨੀ 2023-31 ਤੱਕ ਜਿਹੜੇ ਭਾਰਤੀ ਹਵਾਈ ਸੈਨਾ ਨੂੰ ਬਾਕੀ 40 에ਅਰਕ੍ਰਾਫਟ ਸੌਂਪ ਦੇਵੇਗੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹਵਾਈ ਸੈਨਾ ਤੋਂ ਬਾਅਦ ਜਿਹੜੀ ਸਮੁੰਦਰੀ ਸੈਨਾ ਵਾ ਤੇ ਜਾਂ ਕੋਸਟ ਗਾਰਡ ਵੀ 15-16 ਜਿਹੜੇ ਪਲੇਨ ਆ ਜਹਾਜ਼ ਉਹ ਖਰੀਦ ਸਕਦੀ ਹੈ। ਫਿਲਹਾਲ ਇਸ 'ਤੇ ਗੱਲਬਾਤ ਚੱਲ ਰਹੀ ਆ। ਨੇਵੀ ਲਈ 10 ਪਲੇਨ ਕੋਸਟਲ ਸਰਵੇਲੈਂਸ ਅਤੇ ਪੈਟਰੋਲਿੰਗ ਦੇ ਲਈ ਤਿਆਰ ਕੀਤੇ ਜਾਣਗੇ। ਦੂਜੇ ਪਾਸੇ ਕੋਸਟ ਗਾਰਡ ਨੇ ਵੀ ਸ਼ੇਅਰ ਕਰਾਫਟ ਦੇ ਜ਼ਰੀਏ ਨਿਗਰਾਨੀ ਅਤੇ ਟੂਪਸ ਮੂਵਮੈਂਟ ਕਰੇਗੀ। ਇਹਨਾਂ ਨੇ ਦੇਸ਼ ਦੇ ਬਾਰਡਰ ਤੇ ਨਿਗਰਾਨੀ ਕਰਨ ਵਾਸਤੇ ਵੀ BSF ਨੇ C-295 ਖਰੀਦਣ ਦੀ ਤਿਆਰੀ ਕਰ ਲਈ ਹੈ। ਕਰੀਬ 3 ਸਿਕਿਉਰਿਟੀ ਏਜੰਸੀਆਂ ਵੀ ਨਿਗਰਾਨੀ ਲਈ ਇਸ ਨੂੰ ਖਰੀਦਣ ਲਈ ਤਿਆਰ ਹੈ। 6 ਪਾਇਲਟ ਤੇ 10 ਇੰਜੀਨੀਅਰ ਦੇ ਜਿਹੜੇ ਵਫਦ ਆ ਉਹ ਸੈਵਲੇ ਵਿੱਚ ਇਸ ਪਲੇਨ ਦੀ ਹੈਂਡਲਿੰਗ ਲਈ ਜੁੜੀ ਟ੍ਰੇਨਿੰਗ ਲੈ ਰਹੇ ਨੇ। ਮੋਟੇ ਰੂਪ 'ਚ ਜਿਹੜਾ C-295 ਦੀ ਖਾਸੀਅਤ ਕੀ ਹੈ? 에ਅਰਕ੍ਰਾਫਟ ਸ਼ਾਰਟ ਟੇਕ ਆਫ ਅਤੇ ਲੈਂਡਿੰਗ ਕਰ ਸਕਦੇ ਨੇ। ਕੰਪਨੀ ਦੇ ਮੁਤਾਬਕ ਇਹ 에ਅਰਕ੍ਰਾਫਟ 320 ਮੀਟਰ ਦੀ ਦੂਰੀ ਤੇ ਹੀ ਟੇਕ ਆਫ ਕਰ ਸਕਦਾ। ਦੂਜੇ ਲੈਂਡਿੰਗ ਦੇ ਲਈ 670 ਮੀਟਰ ਦੀ ਲੰਬਾਈ ਕਾਫੀ ਆ। ਜਾਨੀ ਲਦਾਖ, ਕਸ਼ਮੀਰ, ਅਸਮ ਤੇ ਸਿੱਕਮ ਵਰਗੇ ਪਹਾੜੀ ਖੇਤਰਾਂ ਵਿੱਚ ਵੀ ਆਪਰੇਸ਼ਨ ਵਿੱਚ 에ਅਰਕ੍ਰਾਫਟ ਇਹ ਬੜਾ ਮਦਦਗਾਰ ਸਾਬਤ ਹੋਏਗਾ। 에ਅਰਕ੍ਰਾਫਟ ਆਪਣੇ ਨਾਲ 7,050 ਕਿਲੋਗ੍ਰਾਮ ਦਾ ਪੋਲੈਂਡ ਉਠਾ ਸਕਦਾ। ਇੱਕ ਵਾਰ ਵਿੱਚ ਇੱਕ ਫੇਰੀ ਦੌਰਾਨ 71 ਸੈਨਿਕ, 44 ਪੈਰਾਸ਼ੂਟ, 24 ਸਟ੍ਰੈਚਰ ਤੇ 5 ਕਾਰਗੋ ਪੈਲਟਸ ਨੂੰ ਵੀ ਇਹ ਢੋ ਸਕਦਾ ਹੈਗਾ। ਲਗਾਤਾਰ 11 ਘੰਟੇ ਇਹ ਉਡਾਨ ਭਰ ਸਕਦਾ। 2 ਲੋਕਾਂ ਨੂੰ ਕਰੂ ਕੈਬਨ ਵਿੱਚ ਟੱਚ ਸਕਰੀਨ ਕੰਟਰੋਲ ਦੇ ਨਾਲ ਸਮਾਰਟ ਕੰਟਰੋਲ ਦਾ ਵੀ ਸਿਸਟਮ ਸ਼ਾਮਲ ਹੈ। C-295 MW ਟਰਾਂਸਪੋਰਟ 에ਅਰਕ੍ਰਾਫਟ ਦੇ ਪਿੱਛੇ ਰੈਂਪ ਡੋਰ ਹੈ, ਜਿਹੜਾ ਸੈਨਿਕਾਂ ਜਾਂ ਸਮਾਨ ਨੂੰ ਤੇਜ਼ੀ ਨਾਲ ਲੋਡਿੰਗ ਅਤੇ ਜਿਹੜਾ ਡ੍ਰੌਪਿੰਗ ਲਈ ਵੀ ਮਦਦਗਾਰ ਸਾਬਤ ਹੋਵੇਗਾ। ਕੇਰਲਾ ਦੇ ਕੋਝੀਕੋਡ ਦੇ ਵਿੱਚ ਨਿਪਾਹ ਵਾਇਰਸ ਦੇ ਨਾਲ 2 ਲੋਕਾਂ ਦੀ ਮੌਤ ਹੋ ਗਈ ਹੈ ਅਤੇ 3 ਹੋਰ ਜ਼ਿਲ੍ਹੇ ਕਨੂੜ, ਵਾਇਨਾਡ ਤੇ ਮਲਮਪੁਰ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ। 7 ਗ੍ਰਾਮ ਪੰਚਾਇਤਾਂ ਨੂੰ ਕੰਟੋਨਮੈਂਟ ਜ਼ੋਨ ਵਿੱਚ ਵੰਡ ਦਿੱਤਾ ਗਿਆ। ਕੰਟੇਨਮੈਂਟ ਜ਼ੋਨ ਵਾਲੇ ਇਲਾਕਿਆਂ ਵਿੱਚ ਤੇ ਹਸਪਤਾਲਾਂ ਵਿੱਚ ਮਾਸਕ ਜਿਹੜਾ ਪਹਿਨਣਾ ਜ਼ਰੂਰੀ ਕਰ ਦਿੱਤਾ ਗਿਆ। ਇੱਕ ਨਿਊਜ਼ ਏਜੰਸੀ ਮੁਤਾਬਕ ਕੋਝੀਕੋਡ ਦੇ ਜ਼ਿਲ੍ਹੇ ਅਧਿਕਾਰੀ ਨੇ 7 ਪੰਚਾਇਤਾਂ ਦੇ ਸਾਰੇ ਐਜੂਕੇਸ਼ਨ ਇੰਸਟੀਚਿਊਟ, ਆਂਗਣਵਾੜੀ ਕੇਂਦਰ, ਬੈਂਕ ਅਤੇ ਸਰਕਾਰੀ ਸੰਸਥਾਵਾਂ ਨੂੰ ਬੰਦ ਰੱਖਣ ਦਾ ਆਦੇਸ਼ ਦਿੱਤਾ ਗਿਆ। ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਸਿਰਫ ਦਵਾਈਆਂ ਤੇ ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ ਖੋਲ੍ਹਣ ਦੀ ਹੀ ਆਗਿਆ ਹੈ। ਕੇਰਲ ਵਿੱਚ ਨਿਪਾਹ ਵਾਇਰਸ ਤੇ ਹੁਣ ਤੱਕ 4 ਮਾਮਲੇ ਸਾਹਮਣੇ ਆ ਚੁੱਕੇ ਨੇ, ਜਿਨ੍ਹਾਂ ਵਿੱਚੋਂ 2 ਦੀ ਮੌਤ ਹੋ ਚੁੱਕੀ ਹੈ। ਬੁੱਧਵਾਰ ਨੂੰ ਸੂਬਾ ਸਰਕਾਰ ਨੇ ਵਿਧਾਨ ਸਭਾ ਵਿੱਚ ਦੱਸਿਆ ਕਿ ਪੁਣੇ ਤੋਂ ਨੈਸ਼ਨਲ ਇੰਸਟੀਚਿਊਟ ਆਫ
ਵਾਇਰੋਲੋਜੀ ਦੀ ਟੀਮ ਨਿਪਾਹ ਵਾਇਰਸ ਦੀ ਜਾਂਚ ਲਈ ਕੇਰਲਾ ਪਹੁੰਚ ਗਈ ਆ। ਕੋਝੀਕੋਡ ਮੈਡੀਕਲ ਕਾਲਜ ਵਿੱਚ ਜਿਹੜਾ NIV ਹੈ ਉਹਦੀਆਂ ਟੀਮਾਂ ਚਮਗਿੱਦੜਾਂ ਦੇ ਨਾਂ ਦਾ ਵੀ ਸਰਵਾ ਕਰੇਗੀ। ਉਧਰ ਉੱਥੋਂ ਦੇ ਸਿਹਤ ਮੰਤਰੀ ਵੀਨਾ ਜਾਰਜ ਨੇ ਇੱਕ ਐਮਰਜੈਂਸੀ ਮੀਟਿੰਗ ਕੀਤੀ ਹੈ। ਇਸ ਵਿੱਚ ਸਾਰੇ ਵਿਧਾਇਕ, ਬਾਕੀ ਜਿਹੜੇ ਪਬਲਿਕ ਦੇ ਨੁਮਾਇੰਦਗੇ ਨੇ, ਜ਼ਿਲ੍ਹਾ ਅਧਿਕਾਰੀ ਔਰ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਪਾਹ ਵਾਇਰਸ ਨਾਲ ਨਜਿੱਠਣ ਵਾਸਤੇ ਜ਼ਰੂਰੀ ਯਤਨਾਂ ਨੂੰ ਲੈ ਕੇ ਚਰਚਾ ਕੀਤੀ ਹੈ। ਉਹਨਾਂ ਦੱਸਿਆ ਕਿ ਕੰਟੈਕਟ ਟ੍ਰੇਸਿੰਗ ਦਾ ਕੰਮ ਜਾਰੀ ਹੈ। ਹੈਲਥ ਡਿਪਾਰਟਮੈਂਟ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਦੇ ਨਾਲ ਗੱਲਬਾਤ ਕੀਤੀ ਅਤੇ ਸੂਬੇ ਨੇ ਪ੍ਰਾਈਵੇਟ ਹਸਪਤਾਲਾਂ ਵਿੱਚ ਮਰੀਜ਼ਾਂ ਦੇ ਟ੍ਰੀਟਮੈਂਟ ਲਈ ਮਕੈਨੀਕਲ ਐਂਟੀਬਾਡੀ ਦੀ ਉਪਲਬਧਤਾ ਦਾ ਵੀ ਭਰੋਸਾ ਦਿੱਤਾ ਹੈ। ਕੇਰਲ ਵਿੱਚ ਨਿਪਾਹ ਤੋਂ ਪਹਿਲੀ ਮੌਤ 30 ਅਗਸਤ ਨੂੰ, ਦੂਸਰੀ 11 ਸਤੰਬਰ ਨੂੰ ਹੋਈ ਹੈ। ਸਿਹਤ ਮੰਤਰੀ ਨੇ ਮੰਗਲਵਾਰ ਨੂੰ ਦੱਸਿਆ ਸੀ ਕਿ ਦੋਨਾਂ ਮ੍ਰਿਤਕਾਂ ਦੇ ਜਿਹੜੇ ਸੈਂਪਲ ਜਾਂਚ ਲਈ ਪੁਣੇ ਦੇ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੋਜੀ ਵਿੱਚ ਭੇਜੇ ਗਏ ਨੇ ਅਤੇ 2 ਹੋਰ ਮਰੀਜ਼ ਮਿਲਣ ਦੀ ਪੁਸ਼ਟੀ, ਇਹਨਾਂ ਵਿੱਚ ਇੱਕ 9 ਸਾਲ ਦਾ ਬੱਚਾ ਤੇ ਇੱਕ 24 ਸਾਲ ਦਾ ਨੌਜਵਾਨ ਵੀ ਸ਼ਾਮਲ ਹੈ। ਤੁਹਾਨੂੰ ਦੱਸ ਦਈਏ ਕਿ 2018 ਦੇ ਵਿੱਚ ਵੀ ਇਹ ਜਿਹੜੀ ਚਮਗਿੱਦੜਾਂ ਤੋਂ ਬਿਮਾਰੀ ਆਈ ਸੀ, ਉਸ ਸਮੇਂ ਕੇਰਲਾ ਦੇ ਵਿੱਚ 17 ਜਾਣਿਆਂ ਦੀ ਮੌਤ ਹੋਈ ਸੀ। ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ TDP ਦੇ ਚੀਫ ਚੰਦਰਬਾਬੂ ਨਾਇਡੂ ਨੂੰ CID ਨੇ 9 ਸਤੰਬਰ ਨੂੰ 371 ਕਰੋੜ ਰੁਪਏ ਦੇ ਸਕਿੱਲ ਡਿਵੈਲਪਮੈਂਟ ਸਕੈਮ ਵਿੱਚ ਗ੍ਰਿਫਤਾਰ ਕੀਤਾ ਸੀ। ਇਸ ਦੇ ਖਿਲਾਫ ਚੰਦਰਬਾਬੂ ਨਾਇਡੂ ਦੇ ਵਕੀਲਾਂ ਨੇ ਹਾਈ ਕੋਰਟ ਦੇ ਵਿੱਚ 2 ਪਟੀਸ਼ਨਾਂ ਲਗਾਈਆਂ ਸੀ। ਅੱਜ ਇਹਦੀ ਸੁਣਵਾਈ ਹੋਈ ਹੈ ਤੇ ਆਂਧਰਾ ਹਾਈ ਕੋਰਟ ਨੇ ACB ਕੋਰਟ ਦੀ ਕਾਰਵਾਈ ਤੇ ਅੰਤਮ ਰੋਕ ਲਗਾ ਦਿੱਤੀ ਹੈ। ਨਾਲ ਹੀ CID ਨੂੰ ਨਾਇਡੂ ਨੂੰ 18 ਸਤੰਬਰ ਤੱਕ ਹਿਰਾਸਤ ਵਿੱਚ ਨਾ ਲੈਣ ਦਾ ਵੀ ਆਦੇਸ਼ ਜਾਰੀ ਕਰ ਦਿੱਤਾ ਗਿਆ। ਹਾਲਾਂਕਿ ਚੰਦਰਬਾਬੂ ਨਾਇਡੂ ਜੁਡੀਸ਼ੀਅਲੀ ਕਸਟਡੀ ਵਿੱਚ ਰਹਿਣਗੇ। ਇਸ ਮਾਮਲੇ ਦੀ ਹੁਣ ਅਗਲੀ ਸੁਣਵਾਈ 19 ਸਤੰਬਰ ਨੂੰ ਹੋਵੇਗੀ। ਚੰਦਰਬਾਬੂ ਨਾਇਡੂ ਦੀ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਦੇ ਸਮਰਥਕ ਲਗਾਤਾਰ ਵਿਰੋਧ ਕਰ ਰਹੇ ਨੇ, ਇੱਥੋਂ ਤੱਕ ਕਿ ਇੱਕ TDP ਦੇ ਵਰਕਰ ਨੇ ਫਲਾਈਟ ਦੇ ਵਿੱਚ ਵੀ ਵਿਰੋਧ ਜਤਾਇਆ। ਜਿਹੜੀ ਸੋਸ਼ਲ ਮੀਡੀਆ ਦੇ ਇੱਕ ਵੀਡੀਓ ਕਾਫੀ ਖੂਬ ਵਾਇਰਲ ਹੋ ਰਹੀ ਹੈ। ਅਦਾਰੀ ਕਿਸ਼ੋਰ ਨਾਮਕ ਦਾ ਇਹ ਵਿਅਕਤੀ ਜਹਾਜ਼ ਦੇ ਅੰਦਰ ਹੀ ਲੋਕਤੰਤਰ ਬਚਾਓ ਬੈਨਰ ਹੇਠ ਖੜਿਆ ਦਿਖਾਈ ਦਿੱਤਾ ਹੈ। ਆਂਧਰਾ ਪ੍ਰਦੇਸ਼ ਪੁਲਿਸ ਨੇ ਉਹਨੂੰ 에ਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ। 9 ਸਤੰਬਰ ਨੂੰ ਸਾਬਕਾ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੂੰ CID ਨੇ 371 ਕਰੋੜ ਦੇ ਰੁਪਏ ਦੇ ਸਕਿੱਲ ਡਿਵੈਲਪਮੈਂਟ ਸਕੈਮ ਵਿੱਚ ਗ੍ਰਿਫਤਾਰ ਕੀਤਾ ਸੀ। 10 ਸਤੰਬਰ ਨੂੰ ਚੰਦਰਬਾਬੂ ਨਾਇਡੂ ਨੂੰ ਵਿਜੇਵਾੜਾ ਵਿੱਚ ਭ੍ਰਿਸ਼ਟਾਚਾਰ ਜਿਹੜੀ ਕੰਟਰੋਲ ਬਿਊਰੋ ਆ ਉਹਨੇ ਅਦਾਲਤ ਵਿੱਚ ਪੇਸ਼ ਕੀਤਾ। ਫਿਰ ਅਦਾਲਤ ਨੇ ਉਹਨਾਂ ਨੂੰ 23 ਸਤੰਬਰ ਤੱਕ 14 ਦਿਨਾਂ ਲਈ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ। 11 ਸਤੰਬਰ ਨੂੰ TDP ਦੇ ਜਿਹੜੇ ਵਰਕਰਾਂ ਨੇ ਚੰਦਰਬਾਬੂ ਨਾਇਡੂ ਦੀ ਗ੍ਰਿਫਤਾਰੀ ਅਤੇ ਨਿਆਇਕ ਹਿਰਾਸਤ ਵਿੱਚ ਭੇਜਣ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਸੀ। ਇਸੇ ਦਿਨ ਪੁਲਿਸ ਨੇ ਚਤੂਰ ਜ਼ਿਲ੍ਹੇ ਵਿੱਚ TDP ਦੀ MLC ਕੰਚਰੀਲਾ ਸ਼੍ਰੀਕਾਂਤ ਸਮੇਤ ਕਈ ਪਾਰਟੀ ਦੇ ਲੀਡਰਾਂ ਨੂੰ ਹਿਰਾਸਤ ਵਿੱਚ ਲਿਆ ਸੀ। 12 ਸਤੰਬਰ ਨੂੰ TDP ਨੇ ਪੂਰੇ ਸੂਬਾ ਬੰਦ ਕਰਨ ਦਾ ਐਲਾਨ ਕੀਤਾ ਸੀ। ਆਂਧਰਾ ਪ੍ਰਦੇਸ਼ ਨੇ ਪੂਰੇ ਸੂਬੇ ਵਿੱਚ ਧਾਰਾ 144 ਲਾਗੂ ਕਰ ਦਿੱਤੀ ਸੀ। ਜੰਮੂ ਕਸ਼ਮੀਰ ਦੇ ਰਜੌਰੀ ਅਤੇ ਅਨੰਤਨਾਗ ਵਿੱਚ ਸੀਮਾ ਸੁਰੱਖਿਆ ਬਲ ਅਤੇ ਅੱਤਵਾਦੀਆਂ ਦੇ ਵਿਚਕਾਰ 2 ਐਨਕਾਊਂਟਰ ਜਾਰੀ ਨੇ। ਰਜੌਰੀ ਵਿੱਚ ਜਿਹੜੀ ਲਗਾਤਾਰ ਆ ਮੁਕਾਬਲਾ ਹੋ ਰਿਹਾ, ਇਸ ਵਿੱਚ 2 ਅੱਤਵਾਦੀ ਮਾਰੇ ਦੱਸੇ ਗਏ ਨੇ ਅਤੇ ਇੱਕ ਸੈਨਾ ਜਵਾਨ ਅਤੇ ਇੱਕ SPO ਸ਼ਹੀਦ ਹੋ ਗਏ ਨੇ। ਇਸ ਆਪਰੇਸ਼ਨ ਵਿੱਚ ਸੈਨਾ ਦਾ ਇੱਕ ਡੌਗੀ ਵੀ ਮਾਰਿਆ ਗਿਆ। ਉਸਨੇ ਆਪਣੇ ਹੈਂਡਲਰ ਦੀ ਜਾਨ ਬਚਾਉਣ ਲਈ ਖੁਦ ਆਪਣੀ ਦੱਸਿਆ ਜਾ ਰਿਹਾ ਕਿ ਜ਼ਿੰਦਗੀ ਜਿਹੜੀ ਆ ਉਹ ਦਾਅ 'ਤੇ ਲਗਾ ਦਿੱਤੀ ਸੀ। ਦੂਸਰੀ ਤਰਫ ਦਕਸ਼ਿਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਵੀ ਅੱਤਵਾਦੀਆਂ ਵੱਲੋਂ ਸੀਮਾ ਸੁਰੱਖਿਆ ਬਲ ਦੇ ਉੱਪਰ ਉਸ ਵੇਲੇ ਗੋਲੀਆਂ ਚਲਾ ਦਿੱਤੀਆਂ ਜਦ ਉਹ ਸਰਚ ਆਪਰੇਸ਼ਨ ਚਲਾ ਰਹੇ ਸੀ। ਇਸ ਵਿੱਚ ਇੱਕ ਜਵਾਨ ਅਤੇ ਇੱਕ ਪੁਲਿਸ ਕਰਮਚਾਰੀ ਜ਼ਖਮੀ ਹੋਣ ਦੀ ਖਬਰ ਹੈ। ਆਰਮੀ ਦੇ ਅਧਿਕਾਰੀ ਨੇ ਦੱਸਿਆ ਕਿ ਐਨਕਾਊਂਟਰ ਵਿੱਚ ਸ਼ਹੀਦ ਹੋਏ ਆਰਮੀ ਡੌਗ ਦਾ ਨਾਮ ਕੈਂਟ ਸੀ। ਉਸਨੇ ਮੁਕਾਬਲੇ ਦੌਰਾਨ ਆਪਣੇ ਹੈਂਡਲ ਨੂੰ ਬਚਾਇਆ ਅਤੇ ਖੁਦ ਸ਼ਹੀਦ ਹੋ ਗਿਆ। ਇਹ ਹਾਦਸਾ ਉਦੋਂ ਹੋਇਆ ਜਦੋਂ ਲੋਕ ਭੱਜ ਰਹੇ ਸੀ ਤੇ ਅੱਤਵਾਦੀਆਂ ਦੀ ਤਲਾਸ਼ ਕਰਨ ਲਈ ਜਵਾਨਾਂ ਦੀ ਇੱਕ ਯੂਨਿਟ ਦਾ ਉਹ ਅਗਵਾਈ ਕਰ ਰਿਹਾ ਸੀ। ਇਸੇ ਦੌਰਾਨ ਉਹ ਗੋਲਾਬਾਰੀ ਦੀ ਚਪੇਟ ਵਿੱਚ ਆ ਗਿਆ। ADG ਮੁਕੇਸ਼ ਸਿੰਘ ਨੇ ਦੱਸਿਆ ਕਿ ਖਰਾਬ ਮੌਸਮ ਦੇ ਬਾਵਜੂਦ ਸੀਮਾ ਸੁਰੱਖਿਆ ਬਲ ਨੇ ਰਜੌਰੀ ਸ਼ਹਿਰ 75 ਕਿਲੋਮੀਟਰ ਇਲਾਕੇ ਵਿੱਚ ਚਾਰੇ ਤਰਫ ਤੇ ਪੂਰੀ ਰਾਤ ਘੇਰਾਬੰਦੀ ਕੀਤੀ ਆ ਤੇ ਸਵੇਰ ਤੱਕ ਜਿਹੜੀ ਆ ਤਲਾਸ਼ ਜਾਰੀ ਰਹੀ ਹੈ। ਨਿਊਜ਼ ਏਜੰਸੀ ਮੁਤਾਬਕ ਸੀਮਾ ਸੁਰੱਖਿਆ ਬਲਾਂ ਇਲਾਕੇ ਵਿੱਚ ਖਬਰ ਮਿਲੀ ਸੀ ਕਿ 3-4 ਜਿਹੜੇ ਦਹਿਸ਼ਤਗਰਦ ਆ ਲੁਕੇ ਹੋਏ ਨੇ ਔਰ ਇਸ ਤੋਂ ਬਾਅਦ ਜਦੋਂ ਤਲਾਸ਼ੀ ਅਭਿਆਨ ਚਲਾਇਆ ਗਿਆ ਤਾਂ ਛਾਪੇਮਾਰੀ ਦੌਰਾਨ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਉੱਪਰ ਫਾਇਰਿੰਗ ਕਰ ਦਿੱਤੀ, ਜਿਸ ਤੋਂ ਬਾਅਦ ਦੋਨਾਂ ਵਿਚਕਾਰ ਜਿਹੜਾ ਮੁਕਾਬਲਾ ਸ਼ੁਰੂ ਹੋ ਗਿਆ।
इस साल तक रजौरी पुंछ जिले ਵਿੱਚ ਸੁਰੱਖਿਆ ਬਲਾਂ ਦੇ 26 ਜਿਹੜੇ ਨੇ 26 ਅੱਤਵਾਦੀਆਂ ਨੂੰ ਸੁਰੱਖਿਆ ਬਲਾਂ ਨੇ ਮਾਰਿਆ ਤੇ ਇਸੇ ਪੀਰੀਅਡ ਦੇ ਦੌਰਾਨ 10 ਸੈਨਾ ਤੇ ਪੁਲਿਸ ਕਰਮੀ ਵੀ ਸ਼ਹੀਦ ਹੋਏ ਸਨ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੀਂ ਦਿੱਲੀ ਵਿਖੇ ਹੋਈ G20 ਸੰਮੇਲਨ ਵਿੱਚ ਡਿਊਟੀ ਕਰਨ ਵਾਲੇ ਦਿੱਲੀ ਪੁਲਿਸ ਦੇ ਕਰੀਬ 450 ਜਵਾਨਾਂ ਦੇ ਨਾਲ ਇਸੇ ਹਫ਼ਤੇ ਡਿਨਰ ਕਰ ਸਕਦੇ ਨੇ। ਦਿੱਲੀ ਪੁਲਿਸ ਦੇ ਕਮਿਸ਼ਨਰ ਸੰਜੇ ਅਰੋੜਾ ਨੇ ਹਰ ਜ਼ਿਲ੍ਹੇ ਦੇ ਕਾਂਸਟੇਬਲ ਅਤੇ ਇੰਸਪੈਕਟਰਾਂ ਦੀ ਲਿਸਟ ਮੰਗੀ ਹੈ ਜਿਨ੍ਹਾਂ ਨੇ G20 ਨੂੰ ਸਫਲ ਬਣਾਉਣ ਵਿੱਚ ਆਪਣਾ ਯੋਗਦਾਨ ਪਾਇਆ। ਮੀਡੀਆ ਰਿਪੋਰਟ ਮੁਤਾਬਕ ਇਹ ਡਿਨਰ ਜਿਹੜਾ ਵਾ ਇਹ ਉੱਥੇ ਹੀ ਹੋਵੇਗਾ ਜਿੱਥੇ ਦੁਨੀਆ ਭਰ ਦੀਆਂ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਆਏ ਸੀ, ਜਿਹਨੂੰ ਭਾਰਤ ਮੰਡਪ ਦਾ ਨਾਮ ਦਿੱਤਾ ਗਿਆ, ਜਿਸ ਵਿੱਚ ਦਿੱਲੀ ਪੁਲਿਸ ਦੇ 450 ਜਵਾਨਾਂ ਤੋਂ ਇਲਾਵਾ ਪੁਲਿਸ ਕਮਿਸ਼ਨਰ ਸੰਜੇ ਅਰੋੜਾ ਵੀ ਮੌਜੂਦ ਰਹਿਣਗੇ। ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸੇ ਵੱਡੇ ਪ੍ਰੋਗਰਾਮ ਨੂੰ ਸਫਲ ਬਣਾਉਣ ਵਾਲੇ ਲੋਕਾਂ ਦੇ ਨਾਲ ਮਿਲ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਹੋਵੇਗਾ। ਮਈ 2023 ਵਿੱਚ ਵੀ ਪ੍ਰਾਈਮ ਮਿਨਿਸਟਰ ਮੋਦੀ ਨੇ ਨਵੇਂ ਸੰਸਦ ਭਵਨ ਦੇ ਉਦਘਾਟਨ ਤੋਂ ਪਹਿਲਾਂ ਇਸ ਨੂੰ ਬਣਾਉਣ ਵਾਲੇ ਮਜ਼ਦੂਰਾਂ ਨੂੰ ਸਨਮਾਨਿਤ ਕੀਤਾ ਸੀ। ਉੱਧਰ ਦਿੱਲੀ ਪੁਲਿਸ ਕਮਿਸ਼ਨਰ ਸੰਜੇ ਅਰੋੜਾ ਨੇ G20 ਸਿਖਰ ਸੰਮੇਲਨ ਵਿੱਚ ਉਹਨਾਂ ਦੇ ਯੋਗਦਾਨ ਲਈ ਪੁਲਿਸ ਕਰਮਚਾਰੀਆਂ ਨੂੰ ਸਰਟੀਫਿਕੇਟ ਵੀ ਵੰਡੇ ਨੇ। ਭਾਰਤ ਨੇ ਜਿਹੜੀ ਪ੍ਰਧਾਨਗੀ ਕੀਤੀ ਹੈ ਇਸ G20 ਸੰਮੇਲਨ ਦੀ 9 ਅਤੇ 10 ਸਤੰਬਰ ਨੂੰ ਦਿੱਲੀ ਵਿੱਚ ਹੋਇਆ। ਉਹਦਾ ਸਫਲ ਆਯੋਜਨ ਹੋਇਆ ਜਿਸ ਵਿੱਚ ਅਮਰੀਕਾ, ਬ੍ਰਿਟਨ, ਫਰਾਂਸ, ਕੈਨੇਡਾ, ਇਟਲੀ, ਸਾਊਦੀ ਅਰਬ, ਅਰਜਨਟਾਈਨਾ ਸਮੇਤ ਦੁਨੀਆ ਦੇ ਕਈ ਦੇਸ਼ਾਂ ਦੇ ਰਾਸ਼ਟਰ ਪ੍ਰਮੁੱਖ ਅਤੇ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਦੇ ਚੀਫਾਂ ਨੇ ਹਿੱਸਾ ਲਿਆ ਸੀ। ਸਮਿਟ ਦੇ ਆਖਰੀ ਦਿਨ ਸੈਸ਼ਨ ਤੋਂ ਬਾਅਦ ਪ੍ਰਾਈਮ ਮਿਨਿਸਟਰ ਮੋਦੀ ਨੇ ਕਿਹਾ ਸੀ ਕਿ ਦੁਨੀਆ ਬਦਲ ਰਹੀ ਹੈ, ਇਸ ਨਾਲ ਹੀ ਦੁਨੀਆ ਦੇ ਸੰਸਥਾਨਾਂ ਨੂੰ ਵੀ ਬਦਲਣ ਦੀ ਜ਼ਰੂਰਤ ਆ। ਉਹਨਾਂ ਕਿਹਾ ਸੀ ਕਿ UNSC ਵਿੱਚ ਹੁਣ ਤੱਕ ਉਨੇ ਹੀ ਮੈਂਬਰ ਨੇ ਜਦੋਂ ਇਹਦੀ ਸਥਾਪਨਾ ਕੀਤੀ ਗਈ ਸੀ ਔਰ ਇਹ ਸਥਾਈ ਦੇਸ਼ਾਂ ਦੀ ਸੰਖਿਆ ਵਧਾਉਣੀ ਚਾਹੀਦੀ ਹੈ। ਇਸ ਤੋਂ ਬਾਅਦ ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਕਿਹਾ ਸੀ ਕਿ ਗਰੀਬ ਦੇਸ਼ ਵੀ ਕਰਜ਼ੇ ਦੀ ਸਮੱਸਿਆ ਦੇ ਹੇਠ ਦੱਬੇ ਹੋਏ ਨੇ, ਉਧਰ ਵੱਲ ਵੀ ਧਿਆਨ ਦੇਣਾ ਚਾਹੀਦਾ ਤੇ ਦੁਨੀਆ ਨੂੰ ਭੁੱਖਮਰੀ ਖਤਮ ਕਰਨ ਵਾਸਤੇ ਕਦਮ ਅੱਗੇ ਵਧਾਉਣੇ ਚਾਹੀਦੇ। ਖਬਰ ਇਹ ਵੀ ਮਿਲੀ ਹੈ ਕਿ ਪਾਰਲੀਮੈਂਟ ਦੇ ਵਿਸ਼ੇਸ਼ ਅਜਲਾਸ ਬਣਾਉਣ ਤੋਂ ਪਹਿਲਾਂ ਭਾਰਤ ਸਰਕਾਰ ਆਲ ਪਾਰਟੀ ਮੀਟਿੰਗ ਬੁਲਾ ਸਕਦੀ ਹੈ। ਇਸ ਮਸਲੇ ਦੇ ਵਿੱਚ ਸੰਸਦੀ ਕਾਰਜਕਾਰੀਆਂ ਬਾਰੇ ਮੰਤਰੀ ਪ੍ਰਹਲਾਦ ਜੋਸ਼ੀ ਨੇ ਦੱਸਿਆ ਕਿ 17 ਸਤੰਬਰ ਨੂੰ ਆਲ ਪਾਰਟੀ ਮੀਟਿੰਗ ਹੋ ਸਕਦੀ ਹੈ। ਇੱਕ ਖਬਰ ਦੇ ਹਵਾਲੇ ਦੇ ਨਾਲ ਜਿਹੜੀ ਖਬਰ ਸਾਂਝੀ ਕੀਤੀ ਜਾ ਰਹੀ ਹੈ ਕਿ ਕੇਂਦਰ ਸਰਕਾਰ ਵੱਲੋਂ ਜੋ 18 ਸਤੰਬਰ ਤੋਂ ਲੈ ਕੇ 22 ਸਤੰਬਰ ਤੱਕ ਪਾਰਲੀਮੈਂਟ ਦਾ ਵਿਸ਼ੇਸ਼ ਅਜਲਾਸ ਸੱਦਿਆ ਗਿਆ, ਇਸ ਵਿਸ਼ੇਸ਼ ਅਜਲਾਸ ਦਾ ਮਕਸਦ ਕੀ ਆ ਇਸ ਬਾਰੇ ਫਿਲਹਾਲ ਕਿਸੇ ਨੂੰ ਜਾਣਕਾਰੀ ਨਹੀਂ ਆ, ਲੇਕਿਨ ਉਮੀਦ ਜਤਾਈ ਜਾ ਰਹੀ ਹੈ ਕਿ ਇਸ ਦੌਰਾਨ ਸਰਕਾਰ ਇੱਕ ਦੇਸ਼ ਇੱਕ ਚੋਣ ਵਾਲਾ ਜਿਹੜਾ ਕਾਨੂੰਨ ਉਹ ਲਿਆ ਸਕਦੀ ਆ। ਉਧਰ ਕਾਂਗਰਸ ਪਾਰਟੀ ਦੇ ਨੇਤਾ ਜੈਰਾਮ ਰਮੇਸ਼ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਲਿਖਿਆ ਕਿ ਸੰਸਦ ਦਾ ਸਪੈਸ਼ਲ ਸੈਸ਼ਨ ਬੁਲਾਇਆ ਗਿਆ, ਲੇਕਿਨ ਇੱਕ ਵਿਅਕਤੀ ਦੇ ਇਲਾਵਾ ਕਿਸੇ ਹੋਰ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ। ਪਹਿਲਾਂ ਜਦੋਂ ਸੈਸ਼ਨ ਸਪੈਸ਼ਲ ਬੁਲਾਏ ਜਾਂਦੇ ਸੀ ਤਾਂ ਕਿਹੜੇ ਮੁੱਦਿਆਂ 'ਤੇ ਚਰਚਾ ਹੋਵੇਗੀ ਉਸ ਦੀ ਜਾਣਕਾਰੀ ਪਹਿਲਾਂ ਹੀ ਦੇ ਦਿੱਤੀ ਜਾਂਦੀ ਸੀ, ਲੇਕਿਨ ਇਸ ਵਾਰ ਅਜਿਹਾ ਨਹੀਂ ਹੋ ਰਿਹਾ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ 12 ਦਿਨ ਲਈ ਦੁਬਈ ਅਤੇ ਸਪੇਨ ਦੌਰੇ 'ਤੇ ਗਏ ਹੋਏ ਨੇ। ਉੱਥੇ ਮਮਤਾ ਇੱਕ ਬਿਜ਼ਨਸ ਸੰਮੇਲਨ ਵਿੱਚ ਭਾਗ ਲੈਣਗੇ। ਦੁਬਈ ਇੰਟਰਨੈਸ਼ਨਲ ਏਅਰਪੋਰਟ ਪਹੁੰਚੇ ਤੇ ਮਮਤਾ ਬੈਨਰਜੀ ਨੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਰੋਨਲ ਵਿਕਰਮਸਿੰਘੇ ਦੇ ਨਾਲ ਮੁਲਾਕਾਤ ਕੀਤੀ। ਮਮਤਾ ਨੇ ਵਿਕਰਮਸਿੰਘੇ ਨੂੰ ਬੰਗਾਲ ਵਿੱਚ ਆਯੋਜਿਤ ਹੋਣ ਵਾਲੇ ਗਲੋਬਲ ਬਿਜ਼ਨਸ ਸੰਮੇਲਨ 2023 ਲਈ ਵੀ ਸੱਦਾ ਦਿੱਤਾ। 7ਵਾਂ ਬੰਗਾਲ ਗਲੋਬਲ ਬਿਜ਼ਨਸ ਸੰਮੇਲਨ ਕੋਲਕਾਤਾ ਵਿੱਚ 21 ਤੋਂ 23 ਨਵੰਬਰ ਤੱਕ ਹੋਵੇਗਾ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰੋਨਲ ਵਿਕਰਮਸਿੰਘੇ ਦੇ ਨਾਲ ਆਪਣੀ ਮੁਲਾਕਾਤ ਨੂੰ ਵਧੀਆ ਮੁਲਾਕਾਤ ਦੱਸਿਆ ਹੈਗਾ ਤੇ ਉਹਨਾਂ ਨੇ ਕਿਹਾ ਕਿ ਸ਼੍ਰੀਲੰਕਾ ਦੇ ਰਾਸ਼ਟਰਪਤੀ ਨੇ ਵੀ ਉਹਨਾਂ ਨੂੰ ਸ਼੍ਰੀਲੰਕਾ ਆਉਣ ਦਾ ਸੱਦਾ ਦਿੱਤਾ ਹੈ। ਮਮਤਾ ਬੈਨਰਜੀ ਨੇ ਬਾਅਦ 'ਚ ਇੱਕ ਫੋਟੋ ਵੀ ਆਪਣੇ ਵੱਖ-ਵੱਖ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਤੇ ਕਿਹਾ ਕਿ ਸ਼੍ਰੀਲੰਕਾ ਦੇ ਰਾਸ਼ਟਰਪਤੀ ਰੋਨਲ ਵਿਕਰਮਸਿੰਘੇ ਨੇ ਮੈਨੂੰ ਦੁਬਈ ਇੰਟਰਨੈਸ਼ਨਲ ਏਅਰਪੋਰਟ ਦੇ ਵਿੱਚ ਦੇਖਿਆ ਤੇ ਫਿਰ ਮੇਰੇ ਨਾਲ ਉਹਨਾਂ ਨੇ ਗੱਲਬਾਤ ਕਰ ਲਈ, ਮੈਨੂੰ ਸੱਦਾ ਭੇਜਿਆ। ਮੈਂ ਉਹਨਾਂ ਦੇ ਇਸ ਇਨਵੀਟੇਸ਼ਨ ਤੋਂ ਕਾਫੀ ਖੁਸ਼ ਹਾਂ ਔਰ ਮੈਂ ਫਿਰ ਉਹਨਾਂ ਨੂੰ ਕਲਕੱਤਾ ਵਿੱਚ ਹੋਣ ਵਾਲੇ ਬੰਗਾਲ ਗਲੋਬਲ ਬਿਜ਼ਨਸ ਸੰਮੇਲਨ ਲਈ ਸੱਦਾ ਦਿੱਤਾ। ਜ਼ਿਕਰਯੋਗ ਹੈ ਕਿ ਭਾਰਤ ਅਤੇ ਸ਼੍ਰੀਲੰਕਾ ਦੇ ਵਿਚਕਾਰ 25 ਸਾਲ ਤੋਂ ਵੀ ਪੁਰਾਣੇ ਸੰਬੰਧ ਦੱਸੇ ਜਾ ਰਹੇ ਨੇ। ਦੋਨਾਂ ਦੇਸ਼ਾਂ ਨੇ ਬੌਧਿਕ, ਸੱਭਿਆਚਾਰ, ਧਾਰਮਿਕ ਅਤੇ ਭਾਸ਼ਾ ਦੇ ਆਧਾਰ 'ਤੇ ਜਿਹੜੇ ਵੱਖ-ਵੱਖ ਮੁੱਦਿਆਂ ਲੈ ਕੇ ਸੁਧਾਰਾਂ 'ਤੇ ਕੰਮ ਕੀਤਾ ਹੈ। ਨਾਲ ਹੀ ਇੰਪੋਰਟ, ਐਕਸਪੋਰਟ,
ਵੱਧਦੇ ਵਪਾਰ ਅਤੇ ਇਨਵੈਸਟਮੈਂਟ, ਵਿਕਾਸ, ਐਜੂਕੇਸ਼ਨ ਦੇ ਨਾਲ ਕਈ ਅਹਿਮ ਮੁੱਦਿਆਂ ਤੇ ਜਿਹੜੀ ਸਾਂਝੇਦਾਰੀ ਹੈ ਉਹ ਦੋਨਾਂ ਦੇਸ਼ਾਂ ਵਿਚਕਾਰ ਚੱਲ ਰਹੀ ਹੈ। ਫਿਲਹਾਲ ਦੇਸ਼ ਦਾ ਖਬਰਨਾਮਾ ਇੱਥੇ ਸਮਾਪਤ ਕਰਦੇ ਹਾਂ, ਪਰ ਤੁਸੀਂ ਹੋਰ ਖਬਰਾਂ ਜਾਣਨ ਲਈ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ। ਧੰਨਵਾਦ।